ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਆਪਣਾ ਸਕੂਲ ਤੇ, ਜਿੱਥੇ ਆਪਾਂ ਸ਼ੁਰੂ ਕੀਤਾ ਹੋਇਆ ਸੀਗਾ 5994 ETT ਪੋਸਟਾਂ ਦੇ ਲਈ ਇੰਡੀਅਨ ਜੀਓਗ੍ਰਾਫੀ ਦਾ ਪਾਠ, ਜਿਸ ਦੇ ਵਿੱਚ ਆਪਾਂ ਕੁਝ MCQs ਕਰ ਲਏ ਸੀਗੇ ਤੇ ਹੁਣ ਆਪਾਂ ਸੈੱਟ ਹੈ 4, ਜਿਸ ਤੇ ਆਪਾਂ ਅੱਜ ਕੁਐਸਚਨ ਕਰਾਂਗੇ। ਤੇ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ ਜੀ, ਉੱਤਰ ਤੋਂ ਦੱਖਣ ਵੱਲ ਸ਼ੁਰੂ ਹੁੰਦੇ ਹੋਏ ਭਾਰਤ ਦੇ ਨਿਮਨਲਿਖਤ ਰਾਸ਼ਟਰੀ ਪਾਰਕਾਂ ਦੀ ਸਥਿਤੀ ਦੇ ਆਧਾਰ ਤੇ ਪ੍ਰਬੰਧ ਕਰੋ। ਮਤਲਬ ਕੀ ਹੈ, ਆਪਾਂ ਉੱਤਰ ਤੋਂ ਲੈ ਕੇ ਦੱਖਣ ਦਿਸ਼ਾ ਵੱਲ ਜਿਹੜਾ ਉਹ ਨੈਸ਼ਨਲ ਪਾਰਕ, ਰਾਸ਼ਟਰੀ ਪਾਰਕ ਜਿਹੜੇ ਆ ਉਹ ਦੱਸਣੇ ਆ। ਠੀਕ ਹੈ ਜੀ। ਸਭ ਤੋਂ ਪਹਿਲਾਂ ਵੇਖਦੇ ਹਾਂ ਆਪਾਂ ਇੰਦਰਾਵਤੀ ਜਿਹੜਾ ਇਹ ਨੈਸ਼ਨਲ ਪਾਰਕ ਹੈ ਕਿੱਥੇ, ਇਹ ਪਾਰਕ ਆਪਣੇ ਕੋਲ ਹੈਗਾ ਜੀ ਛੱਤੀਸਗੜ੍ਹ ਦੇ ਵਿੱਚ। ਠੀਕ ਹੈ ਜੀ। ਦੂਜਾ ਆਪਣੇ ਕੋਲ ਆ ਗਿਆ ਬਾਂਧਵਗੜ੍ਹ ਆਪਣੇ ਕੋਲ ਹੈਗਾ ਜੀ ਮੱਧ ਪ੍ਰਦੇਸ਼ ਦੇ ਵਿੱਚ। ਫਿਰ ਹੈਗਾ ਆਪਣੇ ਕੋਲ ਬਾਂਦੀਪੁਰ ਆਪਣੇ ਕੋਲ ਹੈਗਾ ਜੀ ਕਰਨਾਟਕਾ ਦੇ ਵਿੱਚ। ਠੀਕ ਹੈ ਜੀ, ਕਰਨਾਟਕਾ ਦੇ ਵਿੱਚ। ਫਿਰ ਆਪਣੇ ਕੋਲ ਆ ਗਿਆ ਕਾन्हा ਨੈਸ਼ਨਲ ਪਾਰਕ, ਇਹ ਆਪਣੇ ਕੋਲ ਹੈਗਾ ਜੀ, ਇਹ ਵੀ ਮੱਧ ਪ੍ਰਦੇਸ਼ ਦੇ ਵਿੱਚ ਹੈਗਾ। ਠੀਕ ਹੈ ਜੀ। ਹੁਣ ਆਪਾਂ ਇਹਨਾਂ ਨੂੰ ਨਕਸ਼ੇ ਦੇ ਮੁਤਾਬਕ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿਹੜੀ ਕਿਹੜੀ ਥਾਵਾਂ ਤੇ ਕਿਹੜਾ ਕਿਹੜਾ ਹੈਗਾ। ਸਭ ਤੋਂ ਪਹਿਲਾਂ ਆਪਣੇ ਕੋਲ ਆ ਗਿਆ ਇੰਦਰਾਵਤੀ ਜਿਹੜਾ ਹੈ ਇਹ ਆਪਣੇ ਕੋਲ ਆਉਂਦਾ ਹੈ ਛੱਤੀਸਗੜ੍ਹ ਦੇ ਵਿੱਚ। ਇੰਦਰਾਵਤੀ ਛੱਤੀਸਗੜ੍ਹ ਦੇ ਵਿੱਚ, ਇਹ ਆਪਣੇ ਕੋਲ ਇੱਥੇ ਆ ਗਿਆ। ਇਹ ਆਪਣੇ ਕੋਲ ਹੈਗਾ ਪਹਿਲੇ ਨੰਬਰ ਤੇ। ਠੀਕ ਹੈ ਜੀ। ਦੂਜੇ ਨੰਬਰ ਤੇ ਆਪਣੇ ਕੋਲ ਆ ਗਿਆ ਬਾਂਧਵਗੜ੍ਹ। ਇਹ ਕਿੱਥੇ ਆਪਣੇ ਕੋਲ ਮੱਧ ਪ੍ਰਦੇਸ਼ ਦੇ ਵਿੱਚ। ਠੀਕ ਹੈ, ਦੂਜੇ ਨੰਬਰ ਤੇ ਆ ਗਿਆ ਆਪਣੇ ਕੋਲ ਬਾਂਧਵਗੜ੍ਹ। ਤੀਜੇ ਨੰਬਰ ਤੇ ਆਪਣੇ ਕੋਲ ਆ ਗਿਆ ਬਾਂਦੀਪੁਰ ਕਿੱਥੇ, ਆਪਣੇ ਕੋਲ ਕਰਨਾਟਕਾ ਵਿੱਚ। ਠੀਕ ਹੈ ਜੀ, ਉਹ ਆ ਗਿਆ ਆਪਣੇ ਕੋਲ ਕਰਨਾਟਕਾ ਦੇ ਵਿੱਚ, ਇਹ ਰਿਹਾ ਆਪਣੇ ਕੋਲ ਬਾਂਦੀਪੁਰ। ਠੀਕ ਹੈ ਜੀ। ਫਿਰ ਆਪਣੇ ਕੋਲ ਇਹ ਆਪਣੇ ਕੋਲ ਸੀ ਤੀਜਾ। ਫਿਰ ਆਪਣੇ ਕੋਲ ਆ ਗਿਆ ਚੌਥਾ ਕਾन्हा ਨੈਸ਼ਨਲ ਪਾਰਕ, ਇਹ ਕਿੱਥੇ ਹੈ, ਇਹ ਵੀ ਆਪਣੇ ਕੋਲ ਮੱਧ ਪ੍ਰਦੇਸ਼ 'ਚ ਹੈ, ਇਹ ਆਪਣੇ ਕੋਲ ਇਹ ਰਿਹਾ। ਠੀਕ ਹੈ ਜੀ, ਇਹ ਆਪਣੇ ਕੋਲ ਹੈਗਾ ਚੌਥੇ ਨੰਬਰ ਤੇ। ਠੀਕ ਹੈ ਜੀ। ਹੁਣ ਆਪਣੇ ਕੋਲ ਕੀ ਉੱਤਰ ਦੱਖਣ ਵੱਲ ਚਲੀਏ, ਮਤਲਬ ਉੱਪਰ ਤੋਂ ਆਪਾਂ ਹੇਠਾਂ ਵੱਲ ਨੂੰ ਜਾਈਏ ਤਾਂ ਆਪਣੇ ਕੋਲ ਕੀ ਆਪਸ਼ਨ ਬਣ ਜਾਂਦੀ ਹੈ, ਆਪਣੇ ਕੋਲ ਬਣ ਜਾਂਦੀ ਹੈ ਜੀ 2, ਫਿਰ ਆਪਣੇ ਕੋਲ 4, ਫਿਰ 1, ਫਿਰ 3। ਹੁਣ ਆਪਾਂ ਇਸ ਨੂੰ ਆਪਸ਼ਨ ਦੇ ਵਿੱਚ ਵੇਖਦੇ ਹਾਂ, ਇਹ ਕਿੱਥੇ ਆਪਣੇ ਕੋਲ 2, 4, 1, 3, ਮਤਲਬ ਇਹ ਆਪਣੇ ਕੋਲ ਆਪਸ਼ਨ ਬਣ ਗਈ ਤੇ ਆਨਸਰ ਆਪਣੇ ਕੋਲ ਆ ਗਿਆ C। ਠੀਕ ਹੈ ਜੀ, ਇਹ ਆਨਸਰ ਆਪਣੇ ਕੋਲ ਆ ਗਿਆ C। ਇਸ ਤੋਂ ਬਿਨਾਂ ਆਪਾਂ ਨੂੰ ਕਾਫੀ ਨੈਸ਼ਨਲ ਪਾਰਕ ਜਿਹੜੇ ਆ ਉਹ ਯਾਦ ਕਰਨੇ ਪੈਂਦੇ ਆ, ਜਿਹੜੇ ਪੇਪਰਾਂ ਦੇ ਵਿੱਚ ਬਹੁਤ ਵਾਰੀ ਆਉਂਦੇ ਆ। ਜਿਸ ਤਰ੍ਹਾਂ ਆਪਣੇ ਕੋਲ ਆ ਜਾਂਦਾ ਹੈ ਸਾਇਲੈਂਟ ਵੈਲੀ, ਇੰਦਰਾ ਗਾਂਧੀ ਨੈਸ਼ਨਲ ਪਾਰਕ। ਫਿਰ ਆਪਣੇ ਕੋਲ ਆ ਗਿਆ ਸੰਜੇ ਗਾਂਧੀ, ਇਹ ਵੀ ਇੰਪੋਰਟੈਂਟ ਹੈ। ਫਿਰ ਆਪਣੇ ਕੋਲ ਗਿਰ ਨੈਸ਼ਨਲ ਪਾਰਕ ਆ ਗਿਆ। ਫਿਰ ਹੈਗਾ ਰਣਥੰਭੌਰ। ਠੀਕ ਹੈ ਜੀ। ਸ਼ਿਵਪੁਰੀ ਜਾਂ ਆ ਗਿਆ ਆਪਣੇ ਕੋਲ ਕਾਜ਼ੀਰੰਗਾ ਨੈਸ਼ਨਲ ਪਾਰਕ। ਕਾਬੁਲ ਲੈਮਜ਼ਾਓ, ਇਹ ਵੀ ਇੰਪੋਰਟੈਂਟ ਹੈ ਜੀ। ਫਿਰ ਵੈਲੀ ਆਫ ਫਲਾਵਰ, ਇਹ ਵੀ ਇੰਪੋਰਟੈਂਟ ਹੈ ਜੀ। ਗ੍ਰੇਟ ਹਿਮਾਲਿਆ, ਇੰਨੇ ਕੁ ਤਾਂ ਆਪਾਂ ਨੂੰ ਘੱਟੋ ਘੱਟ ਯਾਦ ਕਰਨੇ ਹੀ ਪੈਣੇ ਹੈ। ਜੇ ਤੁਸੀਂ ਬਾਕੀ ਵੀ ਸਾਰੇ ਯਾਦ ਕਰ ਸਕਦੇ ਹੋ ਤਾਂ ਉਹ ਵੀ ਵਧੀਆ ਹੈ। ਠੀਕ ਹੈ ਜੀ, ਇਹਨਾਂ ਨੂੰ ਬੜੇ ਧਿਆਨ ਨਾਲ ਤੁਸੀਂ ਵੇਖਣਾ। ਤੇ ਇਸ ਤੋਂ ਆਪਣਾ ਅਗਲਾ ਪ੍ਰਸ਼ਨ ਹੈ ਜੀ ਅੱਜ ਦਾ, ਕਹਿੰਦੇ ਆ ਹੇਠ ਲਿਖੀਆਂ ਨਦੀਆਂ ਵਿੱਚੋਂ ਕਿਹੜੀ ਇੱਕ ਬੰਗਾਲ ਦੀ ਖਾੜੀ ਵਿੱਚ ਨਹੀਂ ਵਹਿੰਦੀ। ਠੀਕ ਹੈ ਜੀ। ਆਪਣੇ ਕੋਲ ਇੱਕ ਦਿੱਤਾ, ਆਪਣੇ ਕੋਲ ਮਹਾਨਦੀ, ਕਾਵੇਰੀ, ਤਾਪਤੀ ਤੇ ਗੋਦਾਵਰੀ। ਠੀਕ ਹੈ ਜੀ। ਮਹਾਨਦੀ ਜਿਹੜੀ ਹੈ ਉਹ ਆਪਾਂ ਨੂੰ ਪਤਾ ਹੈ ਵੀ ਇਹ ਨਦੀ ਡੈਲਟਾ ਬਣਾਉਂਦੀ ਹੈ ਜੀ। ਠੀਕ ਹੈ ਜੀ, ਮਹਾਨਦੀ ਜਿਹੜੀ ਹੈ ਉਹ ਵੀ ਡੈਲਟਾ ਬਣਾਉਂਦੀ ਹੈ। ਫਿਰ ਆਪਣੇ ਕੋਲ ਕਾਵੇਰੀ, ਇਹ ਵੀ ਡੈਲਟਾ ਬਣਾਉਂਦੀ ਹੈ। ਤਾਪਤੀ ਜਿਹੜੀ ਹੈ ਇਹ ਡੈਲਟਾ ਨਹੀਂ ਬਣਾਉਂਦੀ, ਇਹ ਬਣਾਉਂਦੀ ਹੈ ਆਪਣੇ ਕੋਲ ਐਸਚੁਰੀ ਬਣਾਉਂਦੀ ਹੈ। ਠੀਕ ਹੈ ਜੀ, ਇਹ ਬਣਾਉਂਦੀ ਹੈ ਆਪਣੇ ਕੋਲ ਐਸਚੁਰੀ ਬਣਾਉਂਦੀ ਹੈ। ਠੀਕ ਹੈ। ਫਿਰ ਆਪਣੇ ਕੋਲ ਆ ਗਈ ਜੀ ਗੋਦਾਵਰੀ ਨਦੀ ਵੀ ਜਿਹੜੀ ਆ ਉਹ ਡੈਲਟਾ ਬਣਾਉਂਦੀ ਹੈ। ਠੀਕ ਹੈ ਜੀ। ਹੁਣ ਆਪਾਂ ਵੇਖਦੇ ਹਾਂ ਇਹਦੇ ਵਿੱਚ ਆਪਣੀ ਇੰਡੀਆ ਦੇ ਵਿੱਚ ਜਿਹੜੀਆਂ ਨਦੀਆਂ ਜਾਂ ਤਾਂ ਉਹ ਡਿੱਗਦੀਆਂ ਅਰਬ ਸਾਗਰ ਦੇ ਵਿੱਚ, ਜਾਂ ਡਿੱਗਦੀਆਂ ਬੇ ਆਫ ਬੰਗਾਲ ਦੀ ਖਾੜੀ ਵਿੱਚ। ਠੀਕ ਹੈ ਜੀ। ਜਿਹੜੀਆਂ ਨਦੀਆਂ ਆਪਾਂ ਕਹੀਏ ਬੇ ਆਫ ਬੰਗਾਲ ਦੇ ਵਿੱਚ ਡਿੱਗਦੀਆਂ, ਉਹ ਲਗਭਗ ਸਾਰੀਆਂ ਨਦੀਆਂ ਹੀ ਜਿਹੜੀਆਂ ਉਹ ਡੈਲਟਾ ਜਿਹੜੀ ਆ ਉਹ ਬਣਾਉਂਦੀਆਂ। ਠੀਕ ਹੈ ਜੀ। ਜਿਹੜੀ ਨਦੀ ਆਪਾਂ ਕਹੀਏ ਅਰਬੀਅਨ ਸਾਗਰ ਦੇ ਵਿੱਚ ਆਉਂਦੀ ਹੈ ਜਾਂ ਇਸ ਏਰੀਏ ਦੇ ਵਿੱਚ ਆਉਂਦੇ ਆ, ਉਹ ਜਿਹੜੀ ਨਦੀ ਹੈ ਉਹ ਐਸਚੁਰੀਜ਼ ਬਣਾਉਂਦੀ ਹੈ। ਠੀਕ ਹੈ ਜੀ। ਹੁਣ ਆਪਾਂ ਵੇਖਦੇ ਹਾਂ ਇਹਦੇ ਵਿੱਚ
ਆਪਾਂ ਨੂੰ ਜਿਹੜੀ ਨਦੀਆਂ ਬਾਰੇ ਕੀ ਪੁੱਛਿਆ ਗਿਆ, ਕਹਿੰਦੇ ਆ ਬੰਗਾਲ ਦੀ ਖਾੜੀ ਵਿੱਚ ਨਹੀਂ ਡਿੱਗਦੀ। ਠੀਕ ਹੈ ਜੀ, ਆਪਾਂ ਵੇਖਣਾ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਦਿੱਤੀ ਹੈ ਮਹਾਨਦੀ। ਮਹਾਨਦੀ ਆਪਾਂ ਵੇਖਦੇ ਹਾਂ ਨਕਸ਼ੇ ਦੇ ਵਿੱਚ, ਮਹਾਨਦੀ ਆਪਣੇ ਕੋਲ ਕਿੱਥੇ ਜੇ ਆਉਂਦੀ ਹੈ, ਆ ਰਹੀ ਆਪਣੇ ਕੋਲ ਮਹਾਨਦੀ। ਠੀਕ ਹੈ ਜੀ, ਇਹ ਆਪਣੇ ਕੋਲ ਆ ਗਈ ਮਹਾਨਦੀ। ਇਹ ਕਿੱਧਰ ਨੂੰ ਜਾਂਦੀ ਪਈ ਹੈ, ਇਹ ਆਉਂਦੀ ਪਈ ਆਪਣੇ ਕੋਲ ਵੇ ਆਫ ਬੰਗਾਲ ਦੇ ਵਿੱਚ। ਫਿਰ ਆਪਣੇ ਕੋਲ ਆ ਗਈ ਇੱਕ ਕਾਵੇਰੀ ਨਦੀ। ਕਾਵੇਰੀ ਨਦੀ ਜਿਹੜੀ ਹੈ ਉਹ ਇਸ ਥਾਂ ਤੇ ਸ਼ੁਰੂ ਹੋ ਕੇ ਆਪਾਂ ਕਹੀਏ ਇਸ ਥਾਂ ਤੇ ਜਾਂਦੀ ਹੈ। ਇਹ ਵੀ ਕਿੱਧਰ ਨੂੰ ਆ ਰਹੀ ਹੈ, ਆਪਣੇ ਕੋਲ ਬੰਗਾਲ ਦੀ ਖਾੜੀ ਦੇ ਵਿੱਚ ਆ ਰਹੀ ਹੈ ਜੀ। ਠੀਕ ਹੈ ਜੀ, ਫਿਰ ਆਪਣੇ ਕੋਲ ਆ ਗਈ ਤਾਪਤੀ ਨਦੀ। ਤਾਪਤੀ ਨਦੀ ਜਿਹੜੀ ਹੈ ਉਹ ਆਪਣੇ ਕੋਲ ਆ ਰਹੀ, ਇਹ ਇਸ ਤਰੀਕੇ ਨਾਲ ਇੱਧਰ ਨੂੰ ਆ ਰਹੀ ਹੈ, ਮਤਲਬ ਇਹ ਅਰਬ ਸਾਗਰ ਦੇ ਵਿੱਚ ਡਿੱਗ ਰਹੀ ਹੈ, ਇਹ ਬੰਗਾਲ ਦੀ ਖਾੜੀ ਦੇ ਵਿੱਚ ਨਹੀਂ ਜਾ ਰਹੀ। ਠੀਕ ਹੈ ਜੀ, ਫਿਰ ਆਪਣੇ ਕੋਲ ਆ ਗਈ ਗੋਦਾਵਰੀ। ਗੋਦਾਵਰੀ ਜਿਹੜੀ ਹੈ ਉਹ ਨਦੀ ਇੱਥੋਂ ਸ਼ੁਰੂ ਹੋ ਕੇ ਇਸ ਤਰੀਕੇ ਨਾਲ ਇਸ ਥਾਂ ਤੇ ਖਤਮ ਹੋ ਜਾਂਦੀ ਹੈ। ਠੀਕ ਹੈ ਜੀ, ਇਹਦਾ ਮਤਲਬ ਇਹ ਵੀ ਆਪਣੀ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦੀ ਹੈ। ਤੇ ਦੇ ਮੁਤਾਬਕ ਆਨਸਰ ਦਾ ਚੈੱਕ ਕਰੀਏ ਤਾਂ ਆਪਣੇ ਕੋਲ ਆ ਜਾਂਦੀ ਹੈ ਤਾਪਤੀ ਨਦੀ ਜਿਹੜੀ ਹੈ ਉਹ ਬੇ ਆਫ ਬੰਗਾਲ ਦੇ ਵਿੱਚ ਨਾ ਡਿੱਗ ਕੇ ਇਹ ਅਰਬ ਸਾਗਰ ਦੇ ਵਿੱਚ ਡਿੱਗਦੀ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਆਪਣਾ ਆਨਸਰ ਇਹਦੇ ਵਿੱਚ ਆ ਜਾਂਦਾ ਹੈ, ਤਾਪਤੀ ਆਪਣਾ ਜਿਹੜਾ ਆਨਸਰ ਹੈ ਉਹ ਆਉਂਦਾ। ਠੀਕ ਹੈ ਜੀ, ਹੁਣ ਆਪਾਂ ਇਹਨਾਂ ਨਦੀਆਂ ਦੇ ਬਾਰੇ ਥੋੜਾ ਮੋਟਾ ਹੋਰ ਜਾਣਦੇ ਹਾਂ। ਕਹਿੰਦੇ ਜਿਹੜੀ ਆਪਣੇ ਕੋਲ ਮਹਾਨਦੀ ਹੈ, ਮਹਾਨਦੀ ਦੇ ਉੱਤੇ ਇੱਕ ਡੈਮ ਬਣਿਆ ਹੈ, ਉਹ ਹੀਰਾਕੁੰਡ ਡੈਮ। ਠੀਕ ਹੈ ਜੀ, ਮਹਾਨਦੀ ਦੇ ਉੱਤੇ ਜਿਹੜਾ ਡੈਮ ਬਣਿਆ ਹੈ ਉਹ ਹੀਰਾਕੁੰਡ ਡੈਮ ਹੈ। ਠੀਕ ਹੈ ਜੀ, ਉਹ ਕੀ ਨਾਮ ਦਾ ਨਾਮ ਹੈ, ਹੀਰਾਕੁੰਡ ਡੈਮ ਹੈ। ਉਹ ਕਿੱਥੇ ਹੈ ਜੀ, ਉਹ ਉੜੀਸਾ ਦੇ ਵਿੱਚ ਬਣਿਆ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਇਹ ਪੇਪਰ ਦੇ ਵਿੱਚ ਬਹੁਤ ਵਾਰੀ ਆਉਂਦਾ ਹੈ ਵੀ ਹੀਰਾਕੁੰਡ ਡੈਮ ਜਿਹੜਾ ਹੈ ਉਹ ਕਿਹੜੀ ਨਦੀ ਤੇ ਬਣਿਆ, ਉਹ ਆਪਣੇ ਕੋਲ ਬਣਿਆ ਮਹਾਨਦੀ ਤੇ। ਕਿਹੜੀ ਸਟੇਟ ਦੇ ਵਿੱਚ ਬਣਿਆ ਜੀ, ਉਹ ਬਣਿਆ ਉੜੀਸਾ ਦੇ ਵਿੱਚ। ਠੀਕ ਹੈ ਜੀ, ਫਿਰ ਆਪਾਂ ਗੱਲ ਕਰਦੇ ਹਾਂ ਕਾਵੇਰੀ। ਕਾਵੇਰੀ ਨਦੀ ਬਾਰੇ ਜੇ ਆਪਾਂ ਜਾਣਨਾ ਚਾਹੀਏ ਤਾਂ ਇਹ ਇੱਕ ਨਦੀ ਇਹ ਹੈ ਸਾਊਥ ਇੰਡੀਆ ਦੀ ਇੱਕ ਨਦੀ ਹੈ ਜਿਹੜੀ ਸਾਰਾ ਸਾਲ ਵਹਿੰਦੀ ਹੈ। ਠੀਕ ਹੈ ਜੀ, ਸਾਰਾ ਸਾਲ ਜਿਹੜੀ ਇਹ ਵਹਿੰਦੀ ਹੈ। ਆਮ ਤੌਰ ਤੇ ਬਾਕੀ ਨਦੀਆਂ ਜਿਹੜੀਆਂ ਉਹ ਸੀਜ਼ਨਲ ਨਦੀਆਂ। ਠੀਕ ਹੈ ਜੀ, ਇਹ ਨਦੀ ਹੈ ਜਿਹੜੀ ਸਾਰਾ ਸਾਲ ਨਦੀ ਵਹਿੰਦੀ ਹੈ, ਉਹ ਕਿਹੜੀ ਹੈ ਜੀ, ਕਾਵੇਰੀ ਨਦੀ। ਠੀਕ ਹੈ ਜੀ, ਫਿਰ ਆਪਾਂ ਗੱਲ ਕਰਦੇ ਹਾਂ ਤਾਪਤੀ। ਤਾਪਤੀ ਦੇ ਨਾਲ ਸੰਬੰਧ 'ਚ ਆਪਾਂ ਗੱਲ ਕਰੀਏ ਤਾਂ ਅਰਬ ਸਾਗਰ ਦੇ ਵਿੱਚ ਡਿੱਗਣ ਵਾਲੀਆਂ ਹੋਰ ਕਿਹੜੀਆਂ ਨਦੀਆਂ ਆਪਣੇ ਕੋਲ ਆ ਜਾਂਦੀਆਂ, ਉਹ ਆਪਣੇ ਕੋਲ ਆ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਵੇਖੀਏ ਆਪਣੇ ਕੋਲ ਨਰਮਦਾ ਨਦੀ ਆ ਗਈ। ਠੀਕ ਹੈ ਜੀ, ਨਰਮਦਾ ਨਦੀ ਆ ਗਈ। ਫਿਰ ਆਪਣੇ ਕੋਲ ਇੱਕ ਮਾਹੀ ਨਦੀ ਆ ਗਈ ਜਿਹੜੀ ਹੈ ਕਰਕ ਰੇਖਾ ਨੂੰ 2 ਵਾਰੀ ਕੱਟਦੀ ਹੈ। ਠੀਕ ਹੈ ਜੀ, ਮਾਹੀ ਨਦੀ ਆ ਗਈ, ਸਾਬਰਮਤੀ ਆ ਗਈ, ਸਾਬਰਮਤੀ ਆ ਗਈ। ਫਿਰ ਆਪਣੇ ਕੋਲ ਇਹ ਜਿਹੜੀਆਂ ਨਦੀਆਂ ਇਹ ਨਦੀਆਂ ਆਪਾਂ ਕਹੀਏ ਅਰਬ ਸਾਗਰ ਦੇ ਵਿੱਚ ਡਿੱਗਦੀਆਂ ਤੇ ਇਹ ਐਸਚੁਰੀਜ਼ ਬਣਾਉਂਦੀਆਂ। ਠੀਕ ਹੈ ਜੀ, ਇਹ ਡੈਲਟਾ ਨਾ ਬਣਾ ਕੇ ਐਸਚੁਰੀ ਬਣਾਉਂਦੀਆਂ ਤੇ ਅਰਬ ਸਾਗਰ ਦੇ ਵਿੱਚ ਇਹ ਡਿੱਗਦੀਆਂ। ਠੀਕ ਹੈ, ਫਿਰ ਆਪਣੇ ਕੋਲ ਆ ਗਈ ਚੌਥੇ ਨੰਬਰ ਤੇ ਗੋਦਾਵਰੀ। ਗੋਦਾਵਰੀ ਨਦੀ ਬਾਰੇ ਜੇ ਆਪਾਂ ਵੇਖੀਏ ਤਾਂ ਇਹ ਲਗਭਗ 1465 ਕਿਲੋਮੀਟਰ ਲੰਬੀ ਇੱਕ ਨਦੀ ਹੈ। ਠੀਕ ਹੈ ਜੀ, ਇਸ ਨਦੀ ਨੂੰ ਇਹ ਕਹੀਏ ਆਪਾਂ ਸਾਊਥ ਇੰਡੀਆ ਦੀ ਜਾਂ ਕਹੀਏ ਦੱਖਣੀ ਭਾਰਤ ਦੀ ਸਭ ਤੋਂ ਲੰਬੀ ਨਦੀ ਜਿਹੜੀ ਹੈ ਇਹ ਗੋਦਾਵਰੀ ਨਦੀ ਹੈ। ਤੇ ਇਸ ਨਦੀ ਨੂੰ ਆਪਾਂ ਦੱਖਣ ਦੀ ਗੰਗਾ ਵੀ ਕਿਹਾ ਜਾਂਦਾ। ਠੀਕ ਹੈ ਜੀ, ਦੱਖਣ ਦੀ ਗੰਗਾ ਜਿਹੜਾ ਉਹ ਕਿਸ ਨਦੀ ਨੂੰ ਕਿਹਾ ਜਾਂਦਾ ਹੈ ਜੀ, ਉਹ ਕਿਹਾ ਜਾਂਦਾ ਹੈ ਗੋਦਾਵਰੀ ਨਦੀ ਨੂੰ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ। ਠੀਕ ਹੈ ਜੀ, ਜੇ ਆਪਾਂ ਗੱਲ ਕਰੀਏ ਇੱਕ ਵਾਰੀ ਕਾਵੇਰੀ ਦੀ ਦੁਬਾਰਾ ਤਾਂ ਕਾਵੇਰੀ ਦਾ ਜਿਹੜੇ ਵਿੱਚ ਵਾਟਰ ਡਿਸਪਿਊਟ ਜਿਹੜਾ ਹੈ ਉਹ ਬਹੁਤ ਚੱਲਦਾ ਹੈ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ, ਇਹ ਕਾਵੇਰੀ ਨਦੀ ਜਿਹੜੀ ਹੈ ਇਹ ਕਰਨਾਟਕਾ ਤੋਂ ਸ਼ੁਰੂ ਹੁੰਦੀ ਹੈ ਜੀ। ਠੀਕ ਹੈ ਜੀ, ਇਹ ਕਰਨਾਟਕ ਤੋਂ ਸ਼ੁਰੂ ਹੁੰਦੀ ਹੈ ਤੇ ਇਹਦੇ ਵਿੱਚ ਜਿਹੜਾ ਆਪਸ ਦੇ ਵਿੱਚ ਸਟੇਟਾਂ ਦਾ ਪਾਣੀ ਦੇ ਡਿਸਪਿਊਟ ਦੇ ਹੈਗਾ ਉਹ ਹੈਗਾ ਆਪਣੇ ਕਹੀਏ ਤਾਮਿਲਨਾਡੂ ਤੋਂ ਬਾਅਦ ਆਪਣੇ ਕੋਲ ਇੱਕ ਕਰਨਾਟਕਾ, ਫਿਰ ਆਪਣੇ ਕੋਲ ਆ ਜਾਂਦਾ ਇੱਕ ਕੇਰਲ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਪੁਡੂਚੇਰੀ। ਠੀਕ ਹੈ ਜੀ, ਪੁਡੂਚੇਰੀ। ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਪਾਣੀਆਂ ਦੇ ਸੰਬੰਧ ਦੇ ਵਿੱਚ ਬਹੁਤ ਰੌਲਾ ਹਮੇਸ਼ਾ ਰਹਿੰਦਾ ਤੇ ਕਾਫੀ ਖਬਰਾਂ ਦੇ ਵਿੱਚ ਇਹ ਗੱਲ ਰਹਿੰਦੀ ਹੈ। ਠੀਕ ਹੈ ਜੀ, ਇਸ ਤੋਂ ਆਪਾਂ ਆਪਣਾ ਅਗਲਾ ਪ੍ਰਸ਼ਨ ਆ ਜਾਂਦਾ ਭਾਰਤ ਵਿੱਚ ਸਭ ਤੋਂ ਵੱਧ ਟਾਈਡਲ ਬੋਰ ਵਾਲੀ ਨਦੀ ਕਿਹੜੀ ਹੈ ਜੀ। ਠੀਕ ਹੈ ਜੀ, ਟਾਈਡਲ ਬੋਰ ਨਦੀ ਜਿਹੜੀ ਹੈ ਭਾਰਤ ਵਿੱਚ ਕਿਹੜੀ ਹੈ। ਹੁਣ ਟਾਈਡਲ ਬੋਰ ਕੀ ਚੀਜ਼ ਹੈ, ਟਾਈਡਲ ਬੋਰ ਦਾ ਮਤਲਬ ਇਹ ਹੈ ਵੀ ਜੇ ਆਪਾਂ ਵੇਖੀਏ ਤਾਂ ਮੰਨ ਲਓ ਨਦੀ ਦੀ ਆਪਾਂ ਧਾਰਾ ਜਿਹੜੀ ਹੈ ਉਹ ਇਸ ਪਾਸੇ ਨੂੰ ਜਾ ਰਹੀ ਹੈ। ਠੀਕ ਹੈ ਜੀ, ਨਦੀ ਦੀ ਧਾਰਾ ਜਿਹੜੀ ਹੈ ਉਹ ਇਸ ਪਾਸੇ ਨੂੰ, ਜਿਹੜੀ ਪਾਣੀ ਦੀ ਧਾਰਾ ਇਸ ਪਾਸੇ ਨੂੰ ਜਾ ਰਹੀ ਹੈ, ਪਰ ਜਿਹੜਾ ਕਹੀਏ ਆਪਾਂ ਟਾਈਡ ਹੈ ਉਹ ਜਿਹੜੀ ਹੈ ਉਸ ਨਦੀ ਦੀ ਧਾਰਾ ਦੇ ਉਲਟ ਦਿਸ਼ਾ ਵੱਲ ਨੂੰ ਜਾਂਦਾ ਹੈ ਤਾਂ ਉਸ ਨੂੰ ਆਪਾਂ ਟਾਈਡਲ ਬੋਰ ਕਹਿ ਦਿੰਦੇ ਹਾਂ। ਠੀਕ ਹੈ ਜੀ, ਜਿਹੜੀ ਇਹ ਹੈਗੀ ਹੈ ਇਹ ਆਪਾਂ ਕਹਿ ਸਕਦੇ ਹਾਂ ਇਹ ਆਪਣਾ ਕਹੀਏ ਆਨਸਰ
ਇਹ ਹੈਗੀ ਹੈ ਆਪਣੇ ਕੋਲ ਹੁਗਲੀ ਨਦੀ। ਠੀਕ ਹੈ ਜੀ, ਹੁਗਲੀ ਨਦੀ ਹੈ ਜਿਹੜੀ ਹੈ ਉਹ ਟਾਈਡਲ ਬੋਰਡ ਜਿਹੜੀ ਹੈ ਬਣਾਉਂਦੀ ਹੈ, ਹਾਈਐਸਟ ਟਾਈਡਲ ਬੋਰਡ ਜਿਹੜੇ ਉਹ ਬਣਾਉਂਦੇ ਆ। ਠੀਕ ਹੈ ਜੀ, ਹੁਣ ਇਹ ਆਪਾਂ ਵੇਖੀਏ ਹੁਗਲੀ ਨਦੀ ਹੈ ਕਿਹੜੀ ਥਾਂ ਤੇ। ਹੁਗਲੀ ਨਦੀ ਜਿਹੜੀ ਹੈ ਉਹ ਆਪਾਂ ਕਹੀਏ ਜਦੋਂ ਆਪਾਂ ਪਿੱਛੋਂ ਗੰਗਾ ਨਦੀ ਆ ਰਹੀ ਹੈ, ਗੰਗਾ ਨਦੀ ਫਰੱਕਾ ਬੈਰੇਜ ਤੋਂ ਇੱਕ ਅਲੱਗ ਨਦੀ ਜਿਹੜੀ ਨਿਕਲ ਕੇ ਆ ਜਾਂਦੀ ਹੈ ਉਹ ਬਣ ਜਾਂਦੀ ਹੈ ਹੁਗਲੀ ਨਦੀ। ਹੁਗਲੀ ਨਦੀ ਦੇ ਕੰਢੇ ਤੇ ਹੀ ਆਪਾਂ ਕਹੀਏ ਤਾਂ ਹੁਗਲੀ ਨਦੀ ਦੇ ਕੰਢੇ ਤੇ ਕਲਕੱਤਾ ਸ਼ਹਿਰ ਜਿਹੜਾ ਉਹ ਵਸਿਆ ਹੋਇਆ। ਬਹੁਤ ਵਾਰੀ ਪ੍ਰਸ਼ਨ ਇਹ ਵੀ ਆਉਂਦਾ ਹੈ ਵੀ ਕਲਕੱਤਾ ਕਿਹੜੀ ਨਦੀ ਦੇ ਕੰਢੇ ਤੇ ਵਸਿਆ। ਕਲਕੱਤਾ ਜਿਹੜਾ ਉਹ ਹੁਗਲੀ ਨਦੀ ਦੇ ਕੰਢੇ ਤੇ ਵਸਿਆ। ਠੀਕ ਹੈ ਜੀ, ਗੰਗਾ ਨਦੀ ਦੀ ਗੱਲ ਕਰੀਏ ਤਾਂ ਗੰਗਾ ਨਦੀ ਜਿਹੜੀ ਹੈ ਉਹ ਇੱਕ ਪਾਸੇ ਤਾਂ ਹੁਗਲੀ ਨਦੀ ਬਣ ਜਾਂਦੀ ਹੈ ਤੇ ਇੱਕ ਪਾਸੇ ਇਹ ਅੱਗੇ ਚਲੀ ਜਾਂਦੀ ਹੈ ਨਦੀ, ਤੇ ਉੱਥੇ ਜਾ ਕੇ ਇਸ ਪੁੱਤਰ ਨਦੀ ਜਿਹੜੀ ਹੈ ਉਹ ਮਿਲ ਜਾਂਦੀ ਹੈ। ਠੀਕ ਹੈ ਜੀ, ਤੇ ਇਸ ਥਾਂ ਤੇ ਇਸ ਦਾ ਨਾਮ ਪਦਮਾ ਹੋ ਜਾਂਦਾ ਤੇ ਪਦਮਾ ਦੇ ਅਖੀਰ ਦੇ ਵਿੱਚ ਇਸ ਨਦੀ ਦਾ ਨਾਮ ਮੇਘਨਾ ਬਣ ਜਾਂਦਾ ਹੈ। ਠੀਕ ਹੈ ਜੀ, ਮੇਘਨਾ ਨਦੀ ਜਿਹੜੀ ਹੈ ਉਹ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਆ ਜਾਂਦਾ ਹੈ ਜੀ, ਲੂਣੀ ਨਦੀ ਦੇ ਸੰਦਰਭ ਵਿੱਚ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ। ਠੀਕ ਹੈ ਜੀ, ਇਹ ਆਪਾਂ ਵੇਖਣਾ। ਕਹਿੰਦੇ ਆ ਜੇ ਆਪਾਂ ਲੂਣੀ ਨਦੀ ਵੇਖੀਏ ਤਾਂ ਲੂਣੀ ਨਦੀ ਜਿਹੜੀ ਹੈ ਉਹ ਆ ਰਹੀ ਆਪਣੇ ਕੋਲ ਲੂਣੀ ਨਦੀ। ਠੀਕ ਹੈ ਜੀ, ਇਹ ਲੂਣੀ ਨਦੀ ਜਿਹੜੀ ਹੈ ਇਹ ਇਸ ਥਾਂ ਤੇ ਆ। ਕਹਿੰਦੇ ਆ ਇਹ ਰਨ ਆਫ ਕੱਛ ਦੇ ਵਿੱਚ ਜਿਹੜੀ ਹੈ ਇਹ ਖਤਮ ਹੋ ਜਾਂਦੀ ਹੈ। ਮਤਲਬ ਇਹ ਨਦੀ ਜਿਹੜੀ ਹੈ ਇਹ ਆਪਾਂ ਕਹੀਏ ਸਮੁੰਦਰ ਤੱਕ ਨਦੀ ਜਿਹੜੀ ਹੈ ਇਹ ਨਹੀਂ ਪਹੁੰਚਦੀ ਕਿ ਇਹ ਜਿੱਥੋਂ ਸ਼ੁਰੂ ਹੁੰਦੀ ਹੈ ਤੇ ਇਹ ਰਨ ਆਫ ਕੱਛ ਦੇ ਜਿਹੜਾ ਹੈਗੇ ਆ ਉਹਨਾਂ ਦੇ ਵਿੱਚ ਹੀ ਇਹ ਖਤਮ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਹੀ ਰਹਿ ਜਾਂਦੀ ਹੈ। ਠੀਕ ਹੈ ਜੀ, ਇਹ ਇੱਕ ਕਹੀਏ ਆਪਾਂ ਇਹ ਸਾਲਟ ਰਿਵਰ ਹੈ। ਜਿਵੇਂ ਨਦੀ ਜਿਹੜੀ ਹੈ ਇਹ ਅਰਾਵਲੀ ਪਰਬਤ ਦੇ ਵਿੱਚੋਂ ਸ਼ੁਰੂ ਹੁੰਦੀ ਹੈ। ਠੀਕ ਹੈ ਜੀ, ਅਰਾਵਲੀ ਪਰਬਤ ਜਿਹੜਾ ਉੱਥੋਂ ਸ਼ੁਰੂ ਹੁੰਦੀ ਹੈ ਤੇ ਰਨ ਆਫ ਕੱਛ ਦੇ ਮੈਦਾਨਾਂ ਰਨ ਆਫ ਕੱਛ ਦੇ ਵਿੱਚ ਜਾ ਕੇ ਇਹ ਖਤਮ ਹੋ ਜਾਂਦੀ ਹੈ, ਜਾਂ ਕਹੀਏ ਉੱਥੇ ਇਹ ਨਦੀ ਜਿਹੜੀ ਹੈ ਲੂਣੀ ਨਦੀ ਜਿਹੜੀ ਹੈ ਉਹ ਅਲੋਪ ਹੋ ਜਾਂਦੀ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਆਪਾਂ ਵੇਖੀਏ ਤਾਂ ਇਹਨਾਂ ਦੇ ਵਿੱਚੋਂ ਪਹਿਲਾਂ ਆਪਣੇ ਕੋਲ ਆ ਜਾਂਦਾ ਹੈ ਇਟ ਫਲੋ ਇਨਟੂ ਦਾ ਗਲਫ ਆਫ ਦਾ ਖੰਬਤ। ਇਹ ਖੰਬਤ ਦੀ ਖਾੜੀ ਵਿੱਚ ਵਹਿੰਦੀ ਹੈ। ਨਹੀਂ ਜੀ, ਇਹ ਖੰਬਤ ਦੀ ਖਾੜੀ ਦੇ ਵਿੱਚ ਨਹੀਂ ਵਹਿੰਦੀ। ਖੰਬਤ ਦੀ ਖਾੜੀ ਜਿਹੜੀ ਹੈ ਉਹ ਆਪਣੇ ਕੋਲ ਆ ਜਾਂਦਾ ਇਟ ਫਲੋ ਦਾ ਗਲਫ ਆਫ ਕੱਛ। ਕੱਛ ਦੇ ਇਨਟੂ ਦਾ ਗਲਫ ਆਫ ਕੱਛ। ਠੀਕ ਹੈ, ਗਲਫ ਦੇ ਵਿੱਚ ਵਹਿੰਦੀ ਨਹੀਂ, ਇਹ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ। ਇਟ ਫਲੋ ਇਨਟੂ ਪਾਕਿਸਤਾਨ ਐਂਡ ਮਰਜ ਵਿਦ ਦਾ ਟ੍ਰਿਬਿਊਟਰੀ ਆਫ ਇੰਡਸ। ਇਹ ਪਾਕਿਸਤਾਨ ਵਿੱਚ ਵਹਿੰਦੀ ਹੈ ਅਤੇ ਸਿੰਧ ਦੀ ਇੱਕ ਸਹਾਇਕ ਨਦੀ ਵਿੱਚ ਮਿਲ ਜਾਂਦੀ ਹੈ। ਨਹੀਂ ਜੀ, ਇਹ ਆਪਾਂ ਵੇਖੀਏ ਇਹ ਇਸ ਥਾਂ ਤੇ ਚੱਲਦੀ ਹੈ ਤੇ ਇੱਥੇ ਹੀ ਖਤਮ ਹੋ ਜਾਂਦੀ ਹੈ। ਠੀਕ ਹੈ, ਫਿਰ ਆ ਜਾਂਦਾ ਆਪਣਾ ਪ੍ਰਸ਼ਨ ਡੀ ਆ ਜਾਂਦਾ ਹੈ ਇਹ ਕੱਛ ਦੇ ਰਣ ਦੀ ਦਲਦਲੀ ਜ਼ਮੀਨ ਵਿੱਚ ਗਵਾਚ ਜਾਂਦੀ ਹੈ। ਠੀਕ ਹੈ, ਇਹ ਜਿਹੜੀ ਹੈ ਲੂਣੀ ਨਦੀ ਹੈ ਇਹ ਰਨ ਆਫ ਕੱਛ ਜਿਹੜਾ ਹੈ ਉਸ ਦੀ ਦਲਦਲੀ ਭੂਮੀ ਦੇ ਵਿੱਚ ਜ਼ਮੀਨ ਦੇ ਵਿੱਚ ਇਹ ਸਮਾ ਜਾਂਦੀ ਹੈ ਤੇ ਉੱਥੇ ਕਿਤੇ ਇਹ ਜਿਵੇਂ ਕਹੀਏ ਆਪਾਂ ਗਵਾਚ ਜਾਂਦੀ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਆਪਣਾ ਆਨਸਰ ਜਿਹੜਾ ਇੱਥੇ ਬਣ ਗਿਆ ਡੀ ਆਨਸਰ ਜਿਹੜਾ ਆਪਣਾ ਉਹ ਸਹੀ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਵੇਖਦੇ ਹਾਂ ਆਪਣਾ ਭਾਰਤ ਵਿੱਚ ਹੇਠ ਦਿੱਤੇ ਰਾਜਾਂ ਵਿੱਚੋਂ ਕਿਹੜਾ ਇੱਕ ਸਭ ਤੋਂ ਵੱਧ ਅੰਦਰਲੀ ਖਾਰੀ ਭੂਮੀ ਹੈ। ਮਤਲਬ ਇਨਲੈਂਡ ਸਲਾਈਨ ਵੈਟਲੈਂਡ। ਠੀਕ ਹੈ, ਜਿੱਥੇ ਲਾਰਜੈਸਟ ਇਨਲੈਂਡ ਸਲਾਈਨ ਵੈਟਲੈਂਡ। ਠੀਕ ਹੈ ਜੀ, ਪਹਿਲਾ ਆਪਣੇ ਕੋਲ ਆਪਸ਼ਨ ਹੈ ਗੁਜਰਾਤ, ਦੂਜਾ ਆਪਣੇ ਕੋਲ ਹਰਿਆਣਾ, ਤੀਜਾ ਮੱਧ ਪ੍ਰਦੇਸ਼, ਚੌਥਾ ਰਾਜਸਥਾਨ। ਵੈਸੇ ਇਸ ਦਾ ਆਨਸਰ ਆਪਣੇ ਕੋਲ ਆ ਜਾਂਦਾ ਹੈ, ਇਸ ਦਾ ਆਨਸਰ ਆਪਣੇ ਕੋਲ ਚੌਥਾ ਰਾਜਸਥਾਨ ਆਉਂਦਾ ਹੈ। ਠੀਕ ਹੈ ਜੀ, ਇਸ ਦਾ ਆਨਸਰ ਆਪਣੇ ਕੋਲ ਡੀ ਰਾਜਸਥਾਨ ਹੈਗਾ। ਠੀਕ ਹੈ ਜੀ, ਇਹ ਸ਼ੁਰੂ ਕਿੱਥੋਂ ਹੁੰਦਾ ਹੈ, ਇਹ ਸਾਂਬਰ ਲੇਕ ਜਿਹੜੀ ਹੈ ਉਹ ਜਿਹੜੀ ਹੈ ਉੱਥੋਂ ਸ਼ੁਰੂ ਹੁੰਦਾ ਹੈ ਤੇ ਇਹ ਕਹੀਏ ਆਪਾਂ ਸਾਂਬਰ ਲੇਕ ਜਿਹੜੀ ਹੈ ਇੱਕ ਸਾਲਟ ਵਾਟਰ ਲੇਕ ਹੈ। ਠੀਕ ਹੈ ਜੀ, ਸਾਂਬਰ ਲੇਕ ਜਿਹੜੀ ਹੈ ਉਹ ਸਾਲਟ ਵਾਟਰ ਲੇਕ ਹੈਗੀ ਹੈ। ਠੀਕ ਹੈ ਜੀ, ਤੇ ਇਹ ਹੈ ਕਿੱਥੇ, ਇਹ ਸਾਂਬਰ ਲੇਕ ਜਿਹੜੀ ਹੈ ਇਹ ਅਜਮੇਰ ਸ਼ਹਿਰ ਦੇ ਜਿਹੜੇ ਹੈ ਨਜ਼ਦੀਕ ਹੀ ਕਿਤੇ ਇਹ ਹੈਗੀ ਹੈ। ਠੀਕ ਹੈ ਜੀ, ਸਾਂਬਰ ਲੇਕ ਜਿਹੜੀ ਹੈ ਇਹ ਅਜਮੇਰ ਟਾਊਨ ਦੇ ਬਹੁਤ ਨਜ਼ਦੀਕ ਹੈ। ਠੀਕ ਹੈ ਜੀ, ਇਹ ਸਨ ਆਪਣੇ ਕੁਝ ਅੱਜ ਦੇ ਪ੍ਰਸ਼ਨ। ਬਾਕੀ ਅਗਲੀ ਸੀਰੀਜ਼ ਲੈ ਕੇ ਜਲਦ ਹੀ ਤੋਂ ਹਾਜ਼ਰ ਹੋਵਾਂਗੇ ਜੀ।